ਸਤਿ ਸ਼੍ਰੀ ਅਕਾਲ ਸਟੂਡੈਂਟਸ। ਅੱਜ ਅਸੀਂ ਬੇਟਾ ਆਪਣਾ ਨੈਕਸਟ ਟੌਪਿਕ ਸਟਾਰਟ ਕਰਨ ਲੱਗੇ ਹਾਂ, ਦੈਟ ਇਜ਼ ਮੈਥਡ ਟੂ ਸੋਲਵਿੰਗ ਫਸਟ ਆਰਡਰ ਫਸਟ ਡਿਗਰੀ ਡਿਫਰੈਂਸ਼ੀਅਲ ਇਕੁਏਸ਼ਨ। ਠੀਕ ਹੈ ਬੇਟਾ, ਫਸਟ ਆਰਡਰ ਫਸਟ ਡਿਗਰੀ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਅਸੀਂ ਇੱਥੇ ਸੋਲਵ ਕਰਨਾ। ਹੁਣ ਸੋਲਿਊਸ਼ਨ ਫਾਈਂਡ ਕਰਨੇ, ਸਾਡੇ ਕੋਲ ਡਿਫਰੈਂਸ਼ੀਅਲ ਇਕੁਏਸ਼ਨ ਦਿੱਤੀ ਹੋਏਗੀ, ਅਸੀਂ ਉਹਦਾ ਸੋਲਿਊਸ਼ਨ ਫਾਈਂਡ ਕਰਨਾ। ਜਿਵੇਂ ਪਹਿਲੇ ਐਕਸਰਸਾਈਜ਼ ਸਾਡੇ ਕੋਲ ਸੋਲਿਊਸ਼ਨ ਦਿੱਤਾ ਹੁੰਦਾ ਸੀ, ਆਪਾਂ ਵੈਰੀਫਾਈ ਕੀਤਾ, ਉਸ ਤੋਂ ਬਾਅਦ ਡਿਫਰੈਂਸ਼ੀਅਲ ਇਕੁਏਸ਼ਨ ਬਣਾਈ, ਅਤੇ ਹੁਣ ਡਿਫਰੈਂਸ਼ੀਅਲ ਇਕੁਏਸ਼ਨ ਗਿਵਨ ਹੋਏਗੀ, ਆਪਾਂ ਉਹਦੇ ਤੋਂ ਸੋਲਿਊਸ਼ਨ ਫਾਈਂਡ ਕਰਾਂਗੇ। ਅਤੇ ਸੋਲਿਊਸ਼ਨ ਜਿਹੜੇ ਨੇ ਉਹ ਦੋ ਤਰ੍ਹਾਂ ਦੇ ਹੁੰਦੇ ਆ, ਜਿਵੇਂ ਪਹਿਲਾਂ ਵੀ ਆਪਾਂ ਗੱਲ ਕੀਤੀ ਆ। ਇੱਕ ਜਨਰਲ ਸੋਲਿਊਸ਼ਨ ਹੁੰਦਾ ਆ, ਅਤੇ ਇੱਕ ਸਾਡੇ ਕੋਲ ਹੁੰਦਾ ਆ ਪਰਟੀਕੂਲਰ ਸੋਲਿਊਸ਼ਨ। ਠੀਕ ਹੈ, ਅਤੇ ਉਹਨੂੰ ਕਿਸ ਤਰੀਕੇ ਨਾਲ ਫਾਈਂਡ ਕਰਨਾ ਅਤੇ ਕਿਹੜੇ ਕਿਹੜੇ ਸਾਡੇ ਕੋਲ ਮੈਥਡਸ ਨੇ ਉਹ ਅਸੀਂ ਦੇਖਦੇ ਹਾਂ ਜੀ। ਸਭ ਤੋਂ ਪਹਿਲਾਂ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਸੋਲਵ ਕਰਨ ਦਾ ਮੈਥਡ ਹੈਗਾ ਜੀ ਬਾਏ ਵੇਰੀਏਬਲ ਸੈਪਰੇਬਲ। ਕਿ ਸਾਨੂੰ ਇੱਕ ਡਿਫਰੈਂਸ਼ੀਅਲ ਇਕੁਏਸ਼ਨ ਦਿੱਤੀ ਹੋਏਗੀ, ਅਸੀਂ ਉਹਦੇ ਵੇਰੀਏਬਲ ਸੈਪਰੇਟ ਕਰਕੇ ਇਹਨੂੰ ਸੋਲਵ ਕਰਾਂਗੇ, ਜੋ ਸਾਡਾ ਅੱਜ ਦੇ ਲੈਕਚਰ ਦਾ ਵੀ ਆਪਣਾ ਟੌਪਿਕ ਹੈਗਾ। ਅੱਜ ਆਪਾਂ ਵੇਰੀਏਬਲ ਸੈਪਰੇਬਲ ਮੈਥਡ ਦੇ ਨਾਲ ਹੀ ਆਪਣੇ ਸਮ ਸੋਲਵ ਕਰਨੇ ਆ, ਡਿਫਰੈਂਸ਼ੀਅਲ ਇਕੁਏਸ਼ਨ ਸੋਲੂਸ਼ਨ ਜਿਹੜਾ ਉਹ ਫਾਈਂਡ ਕਰਨਾ। ਸੈਕਿੰਡ ਮੈਥਡ ਹੈ ਜੀ ਹੋਮੋਜੀਨੀਅਸ ਡਿਫਰੈਂਸ਼ੀਅਲ ਇਕੁਏਸ਼ਨਸ, ਕਿ ਜਿਹਨੂੰ ਸਾਡੇ ਕੋਲ ਹੋਮੋਜੀਨੀਅਸ ਡਿਫਰੈਂਸ਼ੀਅਲ ਇਕੁਏਸ਼ਨਸ ਹੋਣਗੀਆਂ, ਅਤੇ ਕਿਸ ਟਾਈਪ ਦੀ ਡਿਫਰੈਂਸ਼ੀਅਲ ਇਕੁਏਸ਼ਨ ਹੋਮੋਜੀਨੀਅਸ ਹੋਏਗੀ ਉਹ ਤੁਹਾਨੂੰ ਮੈਂ ਜਿਹਨੂੰ ਸਟਾਰਟ ਕਰਾਵਾਂਗਾ ਹੋਮੋਜੀਨੀਅਸ ਡਿਫਰੈਂਸ਼ੀਅਲ ਇਕੁਏਸ਼ਨ ਉਦੋਂ ਸਮਝਾਵਾਂਗਾ। ਅਤੇ ਸੈਕਿੰਡ ਸਾਡੇ ਕੋਲ ਟਾਈਪ ਹੈ ਜੀ ਹੋਮੋਜੀਨੀਅਸ ਡਿਫਰੈਂਸ਼ੀਅਲ ਇਕੁਏਸ਼ਨਸ, ਕਿ ਉਸ ਟਾਈਪ ਦੀ ਡਿਫਰੈਂਸ਼ੀਅਲ ਇਕੁਏਸ਼ਨ ਹੋਏਗੀ ਅਤੇ ਆਪਾਂ ਉਹਦੇ ਵੀ ਹੈ ਸੋਲਿਊਸ਼ਨ ਫਾਈਂਡ ਕਰ। ਮਤਲਬ ਸਾਡੇ ਕੋਲ ਡਿਫਰੈਂਸ਼ੀਅਲ ਇਕੁਏਸ਼ਨ ਨੋਰਮਲੀ ਜਿਹੜੀਆਂ ਨੇ ਨਾ ਉਹ ਤਿੰਨ ਤਰ੍ਹਾਂ ਦੀ ਹੁੰਦੀਆਂ ਨੇ। ਇੱਕ ਸਾਡੇ ਕੋਲ ਆ ਜਾਂਦੀ ਆ ਵੇਰੀਏਬਲ ਸੈਪਰੇਟ ਮੈਥਡ ਨਾਲ ਸੋਲਵ ਹੁੰਦੀ ਹੈ, ਇੱਕ ਹੁੰਦੀ ਹੋਮੋਜੀਨੀਅਸ ਡਿਫਰੈਂਸ਼ੀਅਲ ਇਕੁਏਸ਼ਨ ਹੁੰਦੀ ਹੈ, ਅਤੇ ਥਰਡ ਸਾਡੇ ਕੋਲ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ। ਠੀਕ ਹੈ, ਜਿਹੜੀ ਡਿਫਰੈਂਸ਼ੀਅਲ ਇਕੁਏਸ਼ਨ ਨੇ ਉਹ ਇਹਨਾਂ 'ਚੋਂ ਹੀ ਤਿੰਨ ਕੈਟਾਗਰੀ ਦੀਆਂ ਕਿਸੇ ਵੀ ਕੈਟਾਗਰੀ ਦੀਆਂ ਹੋ ਸਕਦੀਆਂ ਨੇ। ਠੀਕ ਹੈ, ਅਤੇ ਅਸੀਂ ਇੱਥੇ ਚੈੱਕ ਕਰਾਂਗੇ ਪਹਿਲਾਂ ਕਿ ਉਹ ਵੇਰੀਏਬਲ ਸੈਪਰੇਟ ਮੈਥਡ ਨਾਲ ਸੋਲਵ ਹੁੰਦੀ ਡਿਫਰੈਂਸ਼ੀਅਲ ਇਕੁਏਸ਼ਨ ਜਾਂ ਫਿਰ ਹੋਮੋਜੀਨੀਅਸ ਆ ਕਿ ਜਾਂ ਲੀਨੀਅਰ ਹੈਗੀ ਆ। ਠੀਕ ਹੈ, ਅਤੇ ਉਹਦਾ ਕਿਵੇਂ ਪਤਾ ਲਗਾਉਣਾ ਹੈ ਉਹ ਵੀ ਆਪਾਂ ਜਿਹਨੂੰ ਆਪਣੇ ਸਮ ਸੋਲਵ ਕਰਦੇ ਜਾਵਾਂਗੇ, ਅਤੇ ਬਾਅਦ 'ਚ ਤੁਹਾਨੂੰ 1 ਬਾਏ 1 ਮੈਂ ਦੱਸਦਾ ਜਾਵਾਂਗਾ ਵੀ ਕਿਵੇਂ ਆਪਾਂ ਪਤਾ ਲਗਾ ਸਕਦੇ ਹਾਂ ਕਿ ਡਿਫਰੈਂਸ਼ੀਅਲ ਇਕੁਏਸ਼ਨ ਵੇਰੀਏਬਲ ਸੈਪਰੇਟ ਨਾਲ ਹੋਣੀ ਆ, ਹੋਮੋਜੀਨੀਅਸ ਹੈ ਕਿ ਜਾਂ ਕਿ ਲੀਨੀਅਰ ਇਕੁਏਸ਼ਨ ਸਾਡੇ ਕੋਲ ਹੈ। ਇਸ ਚੀਜ਼ ਦਾ ਆਪਾਂ ਜਿਹਨੂੰ ਆਪਾਂ ਤਿੰਨੋਂ ਮੈਥਡ ਕਰ ਲਵਾਂਗੇ ਨਾ ਸੈਪਰੇਟ, ਉਸ ਤੋਂ ਬਾਅਦ ਆਪਾਂ ਇਹ ਚੀਜ਼ ਨੂੰ ਵੀ ਜਾਣਾਂਗੇ। ਠੀਕ ਹੈ, ਵੈਸੇ ਇੱਕ ਚੀਜ਼ ਤੁਹਾਨੂੰ ਮੈਂ ਇੱਥੇ ਨਾਲ ਐਡ ਕਰਦਾ, ਜਿਹੜਾ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਵਾਲਾ ਟੌਪਿਕ ਆ, ਜੋ ਸਾਡਾ ਇਹ ਵਾਲਾ ਟੌਪਿਕ ਹੈਗਾ, ਇਹ ਵੈਸੇ ਆਪਣੇ ਨਿਊ ਸਿਲੇਬਸ ਦੇ ਅਕੋਰਡਿੰਗ ਇਹ ਘੱਟ ਆ। ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਵਾਲਾ ਟੌਪਿਕ ਨੂੰ ਕੱਟ ਕਰ ਦਿੱਤਾ ਗਿਆ, ਅਸੀਂ ਫਿਲਹਾਲ ਇਹਨੂੰ ਨਹੀਂ ਕਰਨਾ। ਸਿਰਫ ਸਾਡੇ ਸਿਲੇਬਸ ਇਹੀ ਦੋ ਟੌਪਿਕ ਨੇ ਕਿ ਆਪਾਂ ਸੋਲਿਊਸ਼ਨ ਫਾਈਂਡ ਕਰਾਂਗੇ ਡਿਫਰੈਂਸ਼ੀਅਲ ਇਕੁਏਸ਼ਨ ਦੇ ਬਾਏ ਵੇਰੀਏਬਲ ਸੈਪਰੇਟ ਅਤੇ ਹੋਮੋਜੀਨੀਅਸ ਡਿਫਰੈਂਸ਼ੀਅਲ ਇਕੁਏਸ਼ਨਸ ਵਾਲੇ ਮੈਥਡਸ ਦੇ ਨਾਲ। ਠੀਕ ਹੈ, ਦੋਨੋਂ ਮੈਥਡ ਆਪਾਂ ਸੋਲਵ ਕਰਾਂਗੇ। ਸਟਾਰਟ ਕਰਦੇ ਆਪਣੇ ਮੈਥਡ ਵੇਰੀਏਬਲ ਸੈਪਰੇਟ ਨੂੰ। ਵੇਰੀਏਬਲ ਸੈਪਰੇਬਲ ਵਿੱਚ ਬੱਚੇ ਕੀ ਹੋਏਗਾ, ਫੋਰ ਐਗਜ਼ਾਮਪਲ ਜਿਵੇਂ ਸਾਡੇ ਕੋਲ ਕਹਿੰਦੇ ਡਿਫਰੈਂਸ਼ੀਅਲ ਇਕੁਏਸ਼ਨ ਸਾਨੂੰ ਦਿੱਤੀ ਹੋਈ ਇਹ ਵਾਲੀ dy/dx = xy। ਡਿਫਰੈਂਸ਼ੀਅਲ ਇਕੁਏਸ਼ਨ ਦੇ ਵਿੱਚ ਸਾਡੇ ਕੋਲ ਡਿਫਰੈਂਸ਼ੀਅਲ ਕੋਫੀਸ਼ੀਐਂਟ ਹੋਣਗੇ, dy/dx ਸਾਡੇ ਕੋਲ ਹੋਏਗਾ। ਠੀਕ ਹੈ, ਨਾਲ ਸਾਨੂੰ ਕੋਈ ਨਾ ਕੋਈ ਵੇਰੀਏਬਲ ਵੀ ਦਿੱਤੇ ਹੋਣਗੇ। ਵੇਰੀਏਬਲ ਜਿਹੜਾ ਆ ਉਹ x ਵਿੱਚ ਵੀ ਹੋ ਸਕਦਾ, ਨਾਲ y ਵੀ ਵੇਰੀਏਬਲ ਸਾਡੇ ਕੋਲ ਹੋ ਸਕਦਾ, ਕਿਉਂਕਿ ਜੇ dy/dx ਆ ਜਿਹੜੇ ਵੇਰੀਏਬਲ ਨੇ ਉਹ x ਅਤੇ y ਵਿੱਚ ਹੋਣਗੇ। ਦੈਨ ਅਸੀਂ ਕੀ ਕਰਨਾ, ਜਿਹੜਾ ਸਾਡੇ ਕੋਲ dx ਆ, ਜਿਹੜਾ ਡਿਫਰੈਂਸ਼ੀਅਲ ਕੋਫੀਸ਼ੀਐਂਟ dx ਆ, ਉਹਨੂੰ ਇੱਕ ਸਾਈਡ 'ਤੇ ਕਰ ਲੈਣਾ। ਜਿਹੜਾ ਸਾਡੇ ਕੋਲ ਡਿਫਰੈਂਸ਼ੀਅਲ ਕੋਫੀਸ਼ੀਐਂਟ dy ਆ ਉਹਨੂੰ ਇੱਕ ਸਾਈਡ 'ਤੇ, ਅਤੇ ਨਾਲ ਹੀ ਜਿਹੜੇ ਉਹਨਾਂ ਦੇ ਵੇਰੀਏਬਲ ਆ, ਜਿਹੜੇ ਪਾਸੇ dx ਆ ਉੱਧਰਲੇ ਪਾਸੇ ਆਪਾਂ x ਲੈ ਜਾਣਾ, ਜਿਹੜੇ ਪਾਸੇ ਸਾਡੇ ਕੋਲ dy ਆ ਉੱਧਰਲੇ ਪਾਸੇ ਆਪਾਂ ਜਿਹੜਾ y ਵੇਰੀਏਬਲ ਆ ਉਹਨੂੰ ਲੈ ਜਾਣਾ। ਠੀਕ ਹੈ, ਜੇ ਤੁਸੀਂ ਨੈਕਸਟ ਇਕੁਏਸ਼ਨ ਦੇਖੋ ਆ ਜਿਹੜੀ ਇੱਥੇ ਦੇਖੋ, ਉਹਨਾਂ ਨੇ ਜਿਹੜਾ ਸਾਡੇ ਕੋਲ dy ਆ, dy/dx ਇੱਥੇ ਹੈਗਾ ਸੀ, y ਨੂੰ ਇੱਧਰ ਜਾ ਕੇ ਉਹਨਾਂ ਨੇ ਡਿਵਾਈਡ ਕਰ ਲਿਆ ਅਤੇ dx ਨੂੰ ਦੂਜੇ ਪਾਸੇ ਮਲਟੀਪਲਾਈ ਕਰ ਲਿਆ, ਅਤੇ ਸਾਡੇ ਕੋਲ ਕੀ ਹੋ ਗਿਆ, ਜਿਹੜਾ dy ਸੀ ਉੱਧਰਲੇ ਪਾਸੇ y ਵੇਰੀਏਬਲ ਆ ਗਿਆ, ਜਿਹੜਾ dx ਸੀ ਉੱਧਰਲੇ ਪਾਸੇ x ਵੇਰੀਏਬਲ ਚਲਾ ਗਿਆ। ਇਹ ਸਾਡਾ ਹੋ ਗਿਆ ਜੀ ਵੇਰੀਏਬਲ ਸੈਪਰੇਟ। ਠੀਕ ਹੈ, ਇਸ ਤੋਂ ਬਾਅਦ ਅਸੀਂ ਸੋਲਿਊਸ਼ਨ ਫਾਈਂਡ ਕਿਵੇਂ ਕਰਨਾ ਹੈ, ਦੋਨੋਂ ਸਾਈਡ 'ਤੇ ਬਾਅਦ ਅਸੀਂ ਜੀ ਜਿਹੜਾ ਇੰਟੀਗ੍ਰੇਸ਼ਨ ਹੈ ਜੀ ਉਹ ਅਪਲਾਈ ਕਰ ਦਿਆ ਕਰਨੀ ਹੈ। ਇੱਧਰ ਵੀ ਇੰਟੀਗ੍ਰੇਸ਼ਨ ਅਪਲਾਈ ਕਰਦੇ, ਇੱਧਰ ਇੰਟੀਗ੍ਰੇਸ਼ਨ ਅਪਲਾਈ ਕਰਕੇ ਦੈਨ ਅਸੀਂ ਇਹਨੂੰ ਸੋਲਵ ਕਰਿਆ ਕਰਨਾ। ਸੋਲਵ ਕਰਨ ਤੋਂ ਬਾਅਦ ਕਿਵੇਂ ਸੋਲਵ ਕਰਨਾ ਮੈਂ ਤੁਹਾਨੂੰ ਐਗਜ਼ਾਮਪਲ ਜਿਹੜੀ ਉਹ ਤੋਂ ਸਮਝਾ ਦੇਵਾਂਗਾ ਕਿ ਸੋਲਵ ਕਿਵੇਂ ਕਰਨਾ। ਬਸ ਮੇਨ ਸਾਡਾ ਮੈਥਡ ਪਹਿਲਾਂ ਇਹ ਆ ਕਿ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ, ਡਿਫਰੈਂਸ਼ੀਅਲ ਇਕੁਏਸ਼ਨ ਵਿੱਚ ਵੇਰੀਏਬਲਸ ਨੂੰ ਸੈਪਰੇਟ ਕਰਨਾ। ਉਸ ਤੋਂ ਬਾਅਦ ਸੋਲਿਊਸ਼ਨ ਫਾਈਂਡ ਕਿਵੇਂ ਹੋਏਗਾ ਉਹ ਆਪਾਂ ਵਿਦ ਦੀ ਹੈਲਪ ਆਫ ਐਗਜ਼ਾਮਪਲ ਇਹਨੂੰ ਸਮਝਾਂਗੇ। ਅਤੇ ਜਿਹੜਾ ਸਾਡੇ ਕੋਲ ਸੋਲਿਊਸ਼ਨ ਆਉਣਗੇ ਉਹ ਬੇਟਾ ਦੋ ਤਰ੍ਹਾਂ ਦੇ ਸੋਲਿਊਸ਼ਨ ਹੋਣਗੇ। ਫਸਟ ਸਾਡੇ ਕੋਲ ਹੋਏਗਾ ਜੀ ਜਨਰਲ ਸੋਲਿਊਸ਼ਨ, ਜਿਹੜਾ ਆਪਾਂ ਪੂਰਾ ਇੰਟੀਗ੍ਰੇਸ਼ਨ ਕਰਕੇ ਫਾਈਂਡ ਕਰਾਂਗੇ, ਸਾਡਾ ਹੋਏਗਾ ਜਨਰਲ ਸੋਲਿਊਸ਼ਨ ਹੋਏਗਾ। ਠੀਕ ਹੈ, ਜਿਹੜਾ ਜਨਰਲ ਸੋਲਿਊਸ਼ਨ ਆ ਉਹ ਕਿਸ ਤਰੀਕੇ ਨਾਲ ਫਾਈਂਡ ਕਰਨਾ ਆਪਾਂ ਹੁਣ ਐਗਜ਼ਾਮਪਲ ਤੋਂ ਹੀ ਸਟਾਰਟ ਕਰਦੇ ਹਾਂ। ਠੀਕ ਹੈ ਜੀ, ਐਗਜ਼ਾਮਪਲ ਸਟਾਰਟ ਕਰਦੇ ਹੋ ਸਮਝਾਂਗੇ ਪੂਰਾ ਕਿ ਵੇਰੀਏਬਲ ਸੈਪਰੇਟ ਕਰਕੇ ਬਾਅਦ 'ਚ ਆਪਾਂ ਸੋਲਿਊਸ਼ਨ ਫਾਈਂਡ ਕਿਵੇਂ ਕਰਨਾ। ਪਹਿਲਾਂ ਆਪਾਂ ਜਨਰਲ ਸੋਲਿਊਸ਼ਨ ਨੂੰ ਹੀ ਸਿੱਖਦੇ ਹਾਂ।
ठीक है जी। स्टार्ट कर जी अपनी जी फस्ट एग्जाम्पल नूं। देखो जी फस्ट एग्जाम्पल ਸਾਡੇ ਕੋਲ ਇੱਥੇ ਸੋਲਵ किया dy बाई dx प्लस 1 प्लस वाई स्केयर अपॉन वाई इक्वल टू 0। इस डिफरेंशियल इक्वेशन ਨੂੰ ਅਸੀਂ ਸੋਲਵ ਕਰਨਾ ਜੀ, ਇਹਦਾ ਸੋਲੂਸ਼ਨ ਫਾइंड ਕਰਨਾ ਆ। ਤੇ ਸੋਲੂਸ਼ਨ ਕਿਵੇਂ ਫਾइंड ਹੋਏਗਾ ਜੀ? ਸਭ ਤੋਂ ਪਹਿਲਾਂ ਵੇਰੀਏਬਲ ਸੈਪਰੇਟ ਕਰਾਂਗੇ। ਉਸ ਵਾਸਤੇ ਕੀ ਕਰਨਾ ਜੀ, y ਵਾਲੀ ਟਰਮਸ ਨੂੰ ਇੱਕ ਸਾਈਡ ਤੇ ਕਰਨਾ, x ਵਾਲੀ ਟਰਮਸ ਨੂੰ ਇੱਕ ਸਾਈਡ ਤੇ ਕਰਨਾ ਆ। ਇੱਥੇ ਦੇਖੋ ਜਿਹੜਾ ਸਾਡੇ ਕੋਲ ਜਿਹੜੇ ਨਾਲ ਵੇਰੀਏਬਲ ਆ ਰਹੇ ਓਨਲੀ y ਵਾਲੇ ਆ ਰਹੇ, ਤਾਂ ਆਪਾਂ ਕੀ ਕਰਦੇ ਇਹਨੂੰ ਜਿਹੜਾ y ਵਾਲੇ ਵੇਰੀਏਬਲਸ ਨੇ ਆਪਾਂ ਇਹਨੂੰ ਰਾਈਟ ਸਾਈਡ ਤੇ ਲੈ ਜਾਂਦੇ। ਦੇਖੋ ਰਾਈਟ ਸਾਈਡ ਤੇ ਲੈ ਕੇ ਸਾਡੇ ਕੋਲ ਮਾਈਨਸ ਸਾਈਨ ਆ ਗਿਆ ਉੱਥੇ। ਦੈਨ ਹੁਣ ਅਸੀਂ ਕਰਨਾ ਕਿ ਜਿਹੜਾ dy ਆ dy ਨੂੰ ਇੱਕ ਪਾਸੇ ਕਰਨਾ ਤੇ dx ਨੂੰ ਇੱਕ ਪਾਸੇ, ਤੇ dy ਵਾਲੇ ਪਾਸੇ ਜਿਹੜੇ ਨੇ ਉਹ y ਵੇਰੀਏਬਲ ਸਾਡੇ ਕੋਲ ਆਉਣੇ ਚਾਹੀਦੇ, ਮਤਲਬ y ਵਾਲੇ ਆਉਣੇ ਚਾਹੀਦੇ, dx ਵਾਲੇ ਪਾਸੇ x ਵਾਲੇ। x ਵਾਲਾ ਕੋਈ ਹੈ ਹੀ ਨਹੀਂ ਤਾਂ ਕੋਈ ਪ੍ਰੋਬਲਮ ਨਹੀਂ। ਫਿਰ ਜਿਹੜਾ ਸਾਡੇ ਕੋਲ dy ਆ ਉਹ ਇਸ ਸਾਈਡ ਤੇ ਆ ਤੇ y ਇੱਧਰ ਨੇ। ਦੈਨ ਆਪਾਂ ਇਹਨਾਂ y's ਨੂੰ ਕੀ ਆ ਦੂਜੇ ਸਾਈਡ ਤੇ ਕਰਨਾ। ਕੀ ਕਰਾਂਗੇ ਜਿਹੜਾ ਨੀਚੇ ਵਾਲਾ y ਆ ਇਹ ਵਾਲਾ ਇਹ ਜਾ ਕੇ ਉਧਰ ਕੀ ਹੋ ਜਾਏਗਾ ਮਲਟੀਪਲਾਈ, ਤੇ ਉੱਪਰਲੀ ਟਰਮ ਜਾ ਕੇ ਉਧਰ ਡਿਵਾਈਡ ਹੋ ਜਾਏਗੀ। ਦੈਨ ਸਾਡੇ ਕੋਲ ਕੀ ਬਣ ਜਾਏਗਾ ਇਹ y ਅਪੋਨ, ਦੇਖੋ y ਅਪੋਨ 1 ਪਲਸ ਵਾਈ ਸਕੇਅਰ, ਇਹ ਜਾ ਕੇ dy ਨਾਲ ਮਲਟੀਪਲਾਈ ਹੋ ਗਿਆ। ਤੇ ਇਹ ਜਿਹੜਾ dx ਸਾਡੇ ਕੋਲ ਸੀ ਇਹ dx ਜਾ ਕੇ ਦੂਸਰੀ ਸਾਈਡ ਤੇ ਮਲਟੀਪਲਾਈ ਹੋ ਗਿਆ ਮਾਈਨਸ dx। ਇਹ ਦੇਖ ਲਓ ਸਾਡੇ ਕੋਲ ਕੀ ਆ ਗਿਆ ਜੀ ਵੇਰੀਏਬਲ ਸੈਪਰੇਟ ਹੋ ਗਏ। ਠੀਕ ਹੈ, ਸਭ ਤੋਂ ਪਹਿਲਾਂ ਇਹਨਾਂ ਸਮਝ ਇਹੀ ਕਰਨਾ ਕਿ ਡਿਫਰੈਂਸ਼ੀਅਲ ਇਕੁਏਸ਼ਨ ਦਿੱਤੀ ਹੋਏਗੀ, ਅਸੀਂ ਕੀ ਕਰਨਾ ਜੀ ਵੇਰੀਏਬਲ ਨੂੰ ਸੈਪਰੇਟ ਕਰਨਾ। dy ਵਾਲੇ ਪਾਸੇ y ਵਾਲੇ ਵੇਰੀਏਬਲ ਲੈ ਜਾਂਦੇ, dx ਵਾਲੇ ਪਾਸੇ x ਵਾਲੇ ਵੇਰੀਏਬਲ ਲੈ ਜਾਂਦੇ। ਦੈਨ ਇਸ ਤੋਂ ਬਾਅਦ ਅਸੀਂ ਦੋਨੋਂ ਸਾਈਡ ਤੇ ਅਪਲਾਈ ਕਰਨੀ ਆ ਜੀ ਇੰਟੀਗ੍ਰੇਸ਼ਨ। ਇੱਧਰ ਹੀ ਅਪਲਾਈ ਕਰਾਂਗੇ, ਇੱਧਰ ਹੀ ਨੈਕਸਟ ਸਟੈਪ ਦੇਖ ਲਓ ਜੀ। ਇੰਟੀਗ੍ਰੇਸ਼ਨ ਕਰਤੀ ਅਪਲਾਈ। ਹੁਣ ਸਾਡੇ ਕੋਲ ਇੱਥੇ ਇੰਟੀਗ੍ਰੇਸ਼ਨ ਨੂੰ ਸੋਲਵ ਕਰਨ ਦਾ ਤਰੀਕਾ ਬੇਟਾ ਉਹੀ ਆ ਜੋ ਅਸੀਂ ਆਲਰੇਡੀ ਆਪਣੇ ਇੰਟੀਗ੍ਰੇਸ਼ਨਸ ਚੈਪਟਰ ਦੇ ਵਿੱਚ ਕੀਤੇ ਹੋਏ ਨੇ। ਇੱਥੇ ਲਿਮਿਟ ਸਾਡੇ ਕੋਲ ਕੋਈ ਨਹੀਂ ਹੈ, ਸਿੰਪਲੀ ਆਪਾਂ ਇੰਟੈਗਰੇਟ ਕਰਨਾ। ਜੇ ਸਾਡੇ ਕੋਲ y ਅਪੋਨ 1 ਪਲਸ ਵਾਈ ਸਕੇਅਰ ਆਪਾਂ ਟਰਮ ਲੈਨੇ ਆ ਇਹ ਵਾਲੀ, ਤੇ ਇਹਨਾਂ 2 ਨਾਲ ਮਲਟੀਪਲਾਈ ਕੀਤਾ, 2 ਨਾਲ ਡਿਵਾਈਡ ਕਿਉਂ ਕੀਤਾ? ਕਿਉਂਕਿ 1 ਪਲਸ ਵਾਈ ਸਕੇਅਰ ਜਿਹੜਾ ਆ ਉਹਦੀ ਉੱਪਰ ਡਿਫਰੈਂਸ਼ੀਏਸ਼ਨ ਪਈ ਆ, ਤੇ 1 ਪਲਸ ਵਾਈ ਸਕੇਅਰ ਨੂੰ ਪੁੱਟ ਕਰਨਗੇ t ਉੱਪਰ ਡਿਫਰੈਂਸ਼ੀਏਸ਼ਨ ਪਈ ਆ। ਇਹਦੀ ਸਾਡੇ ਕੋਲ ਇੰਟੀਗ੍ਰੇਸ਼ਨ ਕੀ ਆ ਜਾਏਗੀ 1/t ਬਣ ਜਾਏਗਾ dt, ਤੇ ਇਹਦੀ ਆ ਜਾਏਗੀ log t ਡੈਟ ਇਜ਼ 1/2 ਬਾਹਰ ਸੀ, ਤੇ log 1 ਪਲਸ ਵਾਈ ਸਕੇਅਰ ਸਾਡੀ ਆ ਗਈ ਇਹਦੀ ਜੀ ਇੰਟੀਗ੍ਰੇਸ਼ਨ। ਇੱਧਰ ਸਾਡੇ ਕੋਲ ਜੀ -1 ਮਾਈਨਸ ਆ 1 dx ਅੰਦਰ ਆਏਗਾ, ਤੇ 1 ਦੀ ਆਈ ਨਹੀਂ x, ਇਹ ਆ ਗਈ ਜੀ -x ਪਲਸ c। ਜਿਹੜਾ ਸੋਲਿਊਸ਼ਨ ਸਾਡੇ ਕੋਲ ਵੇਰੀਏਬਲ ਸੈਪਰੇਟ ਕਰਨ ਤੋਂ ਬਾਅਦ ਆਪਾਂ ਦੋਨੋਂ ਸਾਈਡ ਤੇ ਅਪਲਾਈ ਕਰਨੀ ਇੰਟੀਗ੍ਰੇਸ਼ਨ ਅਪਲਾਈ ਕਰਨ ਤੋਂ ਬਾਅਦ ਸਾਡੇ ਕੋਲ ਜੋ ਸੋਲਿਊਸ਼ਨ ਬਣੇਗਾ ਵਿਦ ਕਾਂਸਟੈਂਟ, ਇੱਥੇ ਕਾਂਸਟੈਂਟ ਨਾਲ ਆ ਰਿਹਾ ਨਾ ਸੀ ਸਾਡੇ ਕੋਲ ਇੱਕ ਕਾਂਸਟੈਂਟ ਆ ਰਿਹਾ ਵਿਦ ਕਾਂਸਟੈਂਟ, ਇਸ ਸੋਲਿਊਸ਼ਨ ਆਪਾਂ ਕੀ ਨਾਮ ਦਿੰਦੇ ਆ ਜਨਰਲ ਸੋਲਿਊਸ਼ਨ ਦਾ ਨਾਮ ਦਿੰਦੇ ਆ। ਇਸ ਕਰਕੇ ਜੋ ਤੁਹਾਨੂੰ ਕੁਐਸਚਨ 'ਚ ਕਿਹਾ ਹੋਏ ਫਾਈਂਡ ਦੀ ਜਨਰਲ ਸੋਲਿਊਸ਼ਨ, ਇਟ ਮੀਨਸ ਤੁਸੀਂ ਵੇਰੀਏਬਲ ਸੈਪਰੇਟ ਕਰਨੇ। ਜੇ ਵੇਰੀਏਬਲ ਸੈਪਰੇਟ ਮੈਥਡ ਵਾਲਾ ਸਮ ਹੈਗਾ, ਉਸ ਤੋਂ ਬਾਅਦ ਦੋਨੋਂ ਪਾਸੇ ਇੰਟੀਗ੍ਰੇਸ਼ਨ ਅਪਲਾਈ ਕਰਕੇ ਤੇ ਕਾਂਸਟੈਂਟ ਦੇ ਨਾਲ ਜਿਹੜਾ ਸੋਲਿਊਸ਼ਨ ਆਏਗਾ ਉਹਨੂੰ ਆਪਾਂ ਕੀ ਕਹਿੰਦੇ ਜਨਰਲ ਸੋਲਿਊਸ਼ਨ ਦਾ ਨਾਮ ਦੇਵਾਂਗੇ। ਪਰਟੀਕੂਲਰ ਕਿਵੇਂ ਫਾਈਂਡ ਕਰਨਾ ਉਹ ਵੀ ਮੈਂ ਤੁਹਾਨੂੰ ਲਾਸਟ ਤੇ ਐਗਜ਼ਾਮਪਲ ਨਾਲ ਸਮਝਾਵਾਂਗਾ। ਠੀਕ ਹੈ ਜੀ, ਹੁਣ ਨੈਕਸਟ ਐਗਜ਼ਾਮਪਲ ਦੇਖਦੇ ਹਾਂ ਜੀ। ਸੈਕਿੰਡ ਐਗਜ਼ਾਮਪਲ ਦੇਖੋ ਜੀ, ਇੱਥੇ ਸੋਲਵ dy ਬਾਈ dx ਇਕੁਅਲ ਟੂ 3x ਸਕੇਅਰ ਅਪੋਨ 1 ਪਲਸ ਵਾਈ ਸਕੇਅਰ। ਦੇਖੋ ਜੀ ਇੱਥੇ ਸਮ ਵੇਰੀਏਬਲ ਸੈਪਰੇਟ ਵਾਲਾ ਹੀ ਆ, ਤੇ ਵੇਰੀਏਬਲ ਸੈਪਰੇਟ ਕਈ ਵਾਰੀ ਤੇ ਈਜ਼ੀਲੀ ਹੋ ਜਾਂਦੇ ਆ, ਦੇਖਦੇ ਆ ਸਾਰੇ ਪਤਾ ਲੱਗ ਜਾਂਦਾ ਕਿ y ਵਾਲੇ ਇੱਕ ਸਾਈਡ ਤੇ x ਵਾਲੇ ਇੱਕ ਸਾਈਡ ਤੇ ਜਾ ਰਹੇ ਆ। ਕਈ ਵਾਰੀ ਡਾਇਰੈਕਟ ਨਹੀਂ ਪਤਾ ਲੱਗਦਾ, ਕੁਝ ਕਾਮਨ ਵਗੈਰਾ ਕੱਢ ਕੇ ਵੀ ਸਾਨੂੰ ਸੋਲਵ ਕਰਨਾ ਪੈਂਦਾ। ਠੀਕ ਹੈ, ਇਸ ਕਰਕੇ ਧਿਆਨ ਨਾਲ ਸਮਸ ਨੂੰ ਦੇਖਣਾ। ਇੱਥੇ ਦੇਖੋ ਜਿਹੜੀ ਆ dx ਸਾਡੇ ਕੋਲ ਆ ਇਹਨੂੰ ਮੈਂ ਰਾਈਟ ਸਾਈਡ ਤੇ ਇੱਧਰ ਮਲਟੀਪਲਾਈ ਕਰ ਦਿੰਦਾ। ਠੀਕ ਹੈ, ਆ 1 ਪਲਸ ਵਾਈ ਸਕੇਅਰ ਨੂੰ ਦੂਜੀ ਸਾਈਡ ਤੇ ਕੀ ਆ ਮਲਟੀਪਲਾਈ ਕਰ ਦਿੰਦੇ ਆ, ਤੇ ਸਾਡੇ ਕੋਲ ਇਹ ਕੀ ਫਾਰਮ ਬਣ ਜਾਏਗਾ ਦੇਖ ਲਓ ਨੈਕਸਟ ਸਟੈਪ ਦੇ ਵਿੱਚ। ਇਹ 1 ਪਲਸ 3 ਵਾਈ ਸਕੇਅਰ dy ਨਾਲ ਮਲਟੀਪਲਾਈ ਹੋ ਗਿਆ, ਬਣ ਗਿਆ 1 ਪਲਸ 3 ਵਾਈ ਸਕੇਅਰ dy, ਤੇ ਇੱਧਰ dx ਜਿਹੜਾ ਆ ਉਹ 3x ਸਕੇਅਰ ਨਾਲ ਮਲਟੀਪਲਾਈ ਹੋ ਗਿਆ, ਕਿਉਂਕਿ dy ਤੇ dx ਸਾਨੂੰ ਉੱਪਰ ਚਾਹੀਦੇ, ਇਸ ਕਰਕੇ ਆਪਾਂ dy ਨੂੰ ਉੱਪਰ ਹੀ ਰੱਖਣਾ, dx ਨੂੰ ਉੱਪਰ ਲੈ ਕੇ ਜਾਣਾ। ਜਿਹੜੇ ਵੇਰੀਏਬਲਸ ਆ ਉਹ ਉਹਨਾਂ ਵੱਲ ਨੂੰ ਆਪਾਂ ਲੈ ਕੇ ਜਾਣੇ ਹੁੰਦੇ ਆ। ਠੀਕ ਹੈ, ਆ ਦੇਖੋ ਜਿਹੜੇ ਕੋਈ ਵੇਰੀਏਬਲ ਹੋ ਗਈ ਜੀ ਸੈਪਰੇਟ, ਇੱਥੇ 3x ਸਕੇਅਰ dx ਆ ਗਿਆ, ਤਾਂ 1 ਪਲਸ 3 ਵਾਈ ਸਕੇਅਰ dy। ਦੈਨ ਨੈਕਸਟ ਸਟੈਪ ਵਿੱਚ ਆਪਾਂ ਦੋਨੋਂ ਪਾਸੇ ਅਪਲਾਈ ਕਰਤੇ ਜੀ ਇੰਟੀਗ੍ਰੇਸ਼ਨ। ਹੁਣ 1 ਪਲਸ 3 ਵਾਈ ਸਕੇਅਰ ਆ, ਇਹਦੀ ਇੰਟੀਗ੍ਰੇਸ਼ਨ ਕੀ ਹੋਏਗੀ 1 ਦੀ ਆ ਜਾਏਗੀ y, ਤੇ 3 ਵਾਈ ਸਕੇਅਰ ਦੀ ਆਊਗੀ 3 ਐਸ ਟੀ ਵਾਈ ਸਕੇਅਰ ਦੀ ਹੈਗੀ y ਕਿਊਬ ਬਾਈ 3, ਉੱਥੇ 3 ਨਾਲ 3 ਕੱਟ ਟੂ ਕੱਲਾ ਓਨਲੀ y ਕਿਊਬ ਆ ਜਾਏਗਾ। ਇੱਧਰ 3x ਸਕੇਅਰ ਆ, 3 ਬਾਹਰ ਆ ਗਿਆ ਜੀ ਕਾਮਨ, ਤੇ x ਸਕੇਅਰ ਦੀ ਹੈਗੀ x ਕਿਊਬ ਬਾਈ 3, 3 ਕੱਟ ਤੇ ਨਾਲ ਆਪਾਂ ਪਾਤਾ ਜੀ ਪਲੱਸ c ਕਾਂਸਟੈਂਟ। ਅੱਗੇ ਬੇਟਾ ਇੰਟੀਗ੍ਰੇਸ਼ਨ ਨੂੰ ज़्यादा एक्सप्लेन करने की जरूरत नहीं लगता, क्योंकि इंटीग्रेशनस बहुत सिंपल ने इतने, तो जो भी इंटीग्रेशन तुहाडे मैथड तुसीं उहदे कीते हुए वो सारे मैथड्स कोई भी मैथड से अप्लाई हो सकता, कोई डायरैक्ट प्रॉपर्टी अप्लाई हो सकती है, कोई सिंपल इंटीग्रेशन भी आ सकती है, सबस्टिट्यूशन अप्लाई हो सकती है। इस करके तुसीं खुद देखना कि इंटीग्रेशन हुण किस तरीके नाल कीती जाए, उत्थे पार्शियल फ्रैक्शन अप्लाई भी हो सकती है, उत्थे कपलिनिस्कर मैथड भी अप्लाई हो सकता है। ठीक है, नैक्सट हम देखते जी, इस तो बाद असीं
थर्ड एग्जाम्पल देखते हैं जी। थर्ड एग्जाम्पल देखो जी इतने सॉल्व दी डिफरेंशियल इक्वेशन इंपॉर्टेंट सम है 2017 में सम आया हुआ पंजाब बोर्ड के विच। देखो जी को tan स्केयर x 2 tan x + 5 ये dy बाय dx ਨਾਲ मल्टीप्लाई हो रहा इक्वल टू 2 1 + tan x इंटू सीकेंट स्केयर x है। देखो जी को जो वेरीएबल्स ने ओनली x ਵਿੱਚ ही आ रहे थे y ਵਿੱਚ कोई वेरीएबल नहीं हैगा तो ये dy ਨੂੰ ਆਪਾਂ ਇੱਥੇ ਰਹਿਣ ਦਿੰਦੇ ਆ ਤੇ ਜਿਹੜੇ ਸਾਡੇ ਕੋਲ ਆ dx ਆ ਇਹਨੂੰ ਰਾਈਟ ਸਾਈਡ ਤੇ ਮਲਟੀਪਲਾਈ ਕਰ ਦਿੰਦੇ। ਦੇਖੋ ਜੀ dx ਨੂੰ ਰਾਈਟ ਸਾਈਡ ਤੇ ਮਲਟੀਪਲਾਈ ਆਹ ਵਾਲੀ ਟਰਮ ਜਿਹੜੀ ਆ ਇਹਨੂੰ ਵੀ ਆਪਾਂ ਕੀ ਰਾਈਟ ਸਾਈਡ ਤੇ ਡਿਵਾਈਡ ਕਰ ਦਿੰਦੇ। ਕੋਈ dy ਨੂੰ ਇੱਧਰ ਹੀ ਰਹਿਣ ਦਾਂਗੇ ਆਪਾਂ ਆਹ ਟਰਮ ਜਿਹੜੀ x ਵਾਲੀ ਆ ਉੱਧਰ ਜਾ ਕੇ डिवाइड कर देवांगे आ dx ਨੂੰ ਉੱਪਰ ਆਪਾਂ ਮਲਟੀਪਲਾਈ ਕਰ ਦਾਂਗੇ ਸਾਡੇ ਕੋਲੇ ਕੀ ਬਣ ਜਾਏਗਾ। देखो dy बाय dx फॉर्म देखो इतने dy बाय dx आ टर्म जाके उधर डिवाइड करते जी फिर dx ਨੂੰ उधर मल्टीप्लाई कर लिया देख लो ठीक है। हुण दोनों पासे आप अप्लाई करांगे जी इंटीग्रेशन तो इंटीग्रेशन अप्लाई करन तो बाद साडे कोल आ देख लो जी इंटीग्रेशन अप्लाई की जी इधर आ गया 1 dy इधर देखो जी आ नीचे जो साढ़े को टर्म पई आ इनू आप पुट करते हैं टी के उपर देख लो यदि डिफरेंशिएशन पई आ tan स्केयर x की आऊगी 2 tan x तो tan x की आई नहीं सीकेंट स्केयर x तो 2 tan x की आऊगी 2 सीकेंट स्केयर + 5 0 ये उपर पई आ डिफरेंशिएशन आ रूल लिखा होया कि जे किसी फंक्शन की उपर डिफरेंशिएशन पई होए तो वो इंटीग्रेशन की होंगी लॉग मॉडुलस ऑफ f(x) होंगी साडे कोल वो आप इत्थे अप्लाई किया तो साडे कोल 1 दी आई नहीं जी y ते नाल प्लस c कॉन्सटेंट ये साडे कोल आ गया जी जनरल सोल्यूशन ठीक है बेटा। ये सी बेटा साडे कोल इत्थे वेरीएबल सैपरेट मैथड के नाल जनरल सोल्यूशन फाइंड करना अगे भी उन्होंने एग्जाम्पल्स इस तरीके नाल सॉल्व कीतियां। देखो फोर्थ एग्जाम्पल x स्केयर इंटू y + 1 dx है y स्केयर इंटू x - 1 dy आ। सब तो पहले इत्थे देखो साडे कोल हुण x ते y जिहड़े वेरीएबल ने मिक्स आ रहे हैं। सब तो पहले की करदे आपां जिहड़ा x स्केयर y + 1 dy आ इनू असी इधर रहन दें जी साढ़े को ये वाली टर्म है उन्होंने राइट साइड पर लै जाने किसी को भी राइट साइड पर खड़ सकते इन्होंने इस टर्म को राइट साइड पर खड़िया तो इस टर्म भी राइट साइड जोड़ा वो खड़ सकते हैं वो कोई प्रॉब्लम नहीं है ठीक है। इस तो बाद देखो हूँ डी वाई इधर साढ़े को आ गया dx साढ़े को इधर आ आप dx वाले पासे x वाले टर्म जड़ियाँ लैके आउणियां ने इस करके जी y + 1 टर्म आ इनू उधर आके डिवाइड कर देवांगे तो x - 1 टर्म है इधर डिवाइड कर देंगे साढ़े को टर्म की बन देखो y + 1 जाके उधर डिवाइड हो गया ये बन गया y स्केयर / y + 1 इधर x - 1 डिवाइड हो गया बन गया -x स्केयर / x - 1 ये साढ़े हो गई जी वेरीएबल सैपरेट। इस तो बाद दोनों पासे अप्लाई कर देंगे जी इंटीग्रेशन दैन अगे बेटा आप इंटीग्रेशन दे अप्लाई करांगे मैथड वो मैथड की अप्लाई होएगा। देखो इतने उपर साढ़े को टर्म x स्केयर आ रही थले x - 1 आ रही है पहला बेटा आप इतने अप्लाई करनी लॉन्ग डिवीजन मैथड क्योंकि उपर डिग्री 2 आ थले साढ़े को डिग्री आ रही है जी 1 तो इस करके जिथे आप लॉन्ग डिवीजन मैथड अप्लाई करांगे वो किवें जी x स्केयर रखांगे जी विच तो उन्होंने डिवाइड करांगे जी आप x - 1 दे नाल। सब तो पहला आप जी जावांगे इत्थे x के उपर जावांगे x ਨੂੰ मल्टीप्लाई किया जाएगा जी x स्क्वेयर - x दैन साइन चेंज ये हो गया जी कैंसल साढ़े को x बच गया जी। फिर आप इत्थे 1 लिखांगे क्वेश्चन दे विच साढ़े को आ जाएगा जी इत्थे x - 1 साइन चेंज आ कट हो गया साढ़े को की बच गया थले रिमाइंडर जी 1 दैन जो साढ़े को लॉन्ग डिवीजन मैथड की करते हैं जी ए वाली फ्रैक्शन आ उन्होंने की लिखांगे आप क्वेश्चनट आ क्वेश्चन देखो लिखा इन्होंने प्लस रिमाइंडर साढ़े को 1 आ अपॉन डिवाइज देख लो आ साढ़े को क्वेश्चन आया x + 1 रिमाइंडर 1 सी अपॉन डिवाइजर इस फॉर्म च आप इनू लिखना इस फॉर्म च इनू अगे आप अप्लाई कर देंगे जी इंटीग्रेशन ठीक है जी। तो उस तो बाद साढ़े को आ जाएगा जो सोल्यूशन डेट इज़ जनरल सोल्यूशन होएगा। हुण बेटा आप अगे तुहानूं सिखाउणा कि जे पर्टिकुलर सोल्यूशन जिहड़ा किवें फाइंड करना उस की डिफरेंस हैगा पर्टिकुलर सोल्यूशन किस तरीके नाल असीं फाइंड करना जी वो देखिए इत्थे भी साडे कोल हाँ एक एग्जाम्पल है जी पर्टिकुलर सोल्यूशन वाली। सब तो पहला तो असीं जो साडे कोल मैथड है जी सॉल्व करन दा कि वेरीएबल सैपरेट करना सब तो पहला तो मेरे वेरीएबल सैपरेट ही इत्थे कीती इस तक तुहाडे कोल मैथड सेम ही चलना कि वेरीएबल सैपरेट उस तो बाद इंटीग्रेशन अप्लाई करनी है। एक जी न्यू तुहानूं पर्टिकुलर सोल्यूशन वाले स्टेटमेंट दी होएगी वो आ होएगी उत्थे y ते x की वैल्यू भी गिवन होएगी सीधी भी गिवन हो सकती y = 1 x = 0 ਜਾਂ कई बार इदां लिखा होंदा y
ਇੱਥੇ ਪਾਇਆ ਹੁੰਦਾ ਇੱਦਾਂ 0 ਤੇ ਇਕੁਅਲ ਟੂ 1 ਹੁੰਦਾ। ਇਹਦਾ ਮਤਲਬ ਆ ਸਾਡੇ ਕੋਲ x ਦੀ ਵੈਲਿਊ ਹੁੰਦੀ ਹੈ ਕਿ x 0 ਆ ਤੇ ਆ y ਕਿੰਨਾ ਹੈਗਾ ਸਾਡੇ ਕੋਲ 1। ਇੱਦਾਂ ਵੀ ਕਿਵੇਂ ਦੇ ਸਕਦੇ ਆ ਤੇ ਇੱਦਾਂ ਵੀ ਦੇ ਸਕਦੇ ਆ, ਠੀਕ ਹੈ। ਤੇ ਦੋਨਾਂ ਮਤਲਬ ਜਿਹੜਾ ਆ ਉਹ ਸਾਡੇ ਕੋਲ ਸੇਮ ਹੀ ਹੁੰਦਾ ਆ। ਇਹਦਾ ਕੀ ਫਰਕ ਹੀ ਹੋਏਗਾ, ਜਿਹੜਾ ਬੇਟਾ ਪਰਟੀਕੂਲਰ ਸੋਲੂਸ਼ਨ ਹੁੰਦਾ ਨਾ, ਪਰਟੀਕੂਲਰ ਸੋਲੂਸ਼ਨ ਕੌਂਸਟੈਂਟ ਤੋਂ ਬਿਨਾ ਹੁੰਦਾ ਆ। ਜਿਹੜਾ ਅਸੀਂ ਨਾਰਮਲ ਆਪਣੀ ਪਿਛਲੀ ਐਗਜ਼ਾਮਪਲ 'ਚ ਸੋਲੂਸ਼ਨ ਫਾਈਂਡ ਕੀਤਾ, ਡੈਟ ਇਜ਼ ਅ ਜਨਰਲ ਸੋਲੂਸ਼ਨ ਕਿ ਆਪਾਂ ਵੇਰੀਏਬਲ ਸੈਪਰੇਟ ਕੀਤੇ, ਉਸ ਤੋਂ ਬਾਅਦ ਇੰਟੀਗ੍ਰੇਸ਼ਨ ਅਪਲਾਈ ਦੋਨੋਂ ਸਾਈਡ 'ਤੇ ਕੀਤੀ। ਇੰਟੀਗ੍ਰੇਸ਼ਨ ਅਪਲਾਈ ਕਰਨ ਤੋਂ ਬਾਅਦ ਇੰਟੀਗ੍ਰੇਸ਼ਨ ਸੋਲਵ ਕਰਕੇ ਨਾਲ ਪਲੱਸ ਸੀ ਪਾਉਂਦੇ ਆਪਾਂ, ਜਿਹੜਾ ਕਿ ਇੱਥੇ ਦੇਖੋ ਇੱਥੇ ਵੀ ਸੇਮ। ਪਹਿਲਾਂ ਆਪਾਂ ਵੇਰੀਏਬਲ ਸੈਪਰੇਟ ਕਰਾਂਗੇ ਤੇ ਕਾਮਨ ਵਗੈਰਾ ਕੱਢ ਕੇ ਵੈਲਿਊਜ਼ ਆ ਦੇਖੋ ਵੇਰੀਏਬਲ ਸੈਪਰੇਟ ਸਟੈਪ ਤੱਕ ਹੋ ਗਏ। ਫਿਰ ਇੰਟੀਗ੍ਰੇਸ਼ਨ ਅਪਲਾਈ ਕੀਤੀ ਅਸੀਂ, ਇੰਟੀਗ੍ਰੇਸ਼ਨ ਅਪਲਾਈ ਕਰਕੇ ਆਹ ਸਾਡੇ ਕੋਲ ਆ ਗਿਆ ਜੀ ਇੱਥੋਂ ਤੱਕ, ਜਿਹੜਾ ਇਹ ਵਾਲਾ ਸੋਲੂਸ਼ਨ ਹੈ ਡੈਟ ਇਜ਼ ਅ ਜਨਰਲ ਸੋਲੂਸ਼ਨ। ਇਹਨੂੰ ਅਸੀਂ ਜਨਰਲ ਸੋਲੂਸ਼ਨ ਕਹਾਂਗੇ ਕਿਉਂਕਿ ਇਹ 'ਚ ਸਾਡੇ ਕੋਲ ਕੌਂਸਟੈਂਟ ਆ ਰਿਹਾ। ਹੁਣ ਇਹ ਕੌਂਸਟੈਂਟ ਰਿਮੂਵ ਕਿਵੇਂ ਹੋਏਗਾ, ਉਹ ਹੋਏਗਾ ਵਿਦ ਦੀ ਹੈਲਪ ਆਫ ਦੀਜ਼ ਵੈਲਿਊਜ਼ y ਇਜ਼ ਇਕੁਅਲ ਟੂ 1 ਤੇ x ਇਕੁਅਲ ਟੂ 0। ਅਸੀਂ ਕਰਨਾ ਕੀ ਦੇਖੋ ਧਿਆਨ ਨਾਲ, ਜਦੋਂ ਅਸੀਂ ਜਨਰਲ ਸੋਲੂਸ਼ਨ ਫਾਈਂਡ ਕਰ ਲਿਆ ਇੱਥੇ ਤੱਕ, ਜੋ ਸਾਨੂੰ ਇੱਥੇ y ਤੇ x ਦੀ ਵੈਲਿਊ ਦਿੱਤੀ ਹੋਏਗੀ ਨਾ, ਆਪਾਂ ਇਸ ਜਨਰਲ ਸੋਲੂਸ਼ਨ ਦੇ ਵਿੱਚ ਉਹ x ਤੇ y ਜਿਹੜੀ ਵੈਲਿਊਜ਼ ਨੇ ਆਪਾਂ ਉਹਨੂੰ ਪੁੱਟ ਕਰਨਾ। ਜਿਵੇਂ ਅੱਜ ਕੋਲ ਕੀਤਾ ਕਿ ਇਹਨਾਂ ਨੇ, ਉਹਨੇ ਕਿਹਾ ਵੈਨ x ਇਕੁਅਲ ਟੂ 0 y ਇਜ਼ ਇਕੁਅਲ ਟੂ 1। ਦੇਖੋ y ਜਗ੍ਹਾ ਤੇ 1 ਪੁੱਟ ਕੀਤਾ, ਆ tan ਇਨਵਰਸ ਦੇਖੋ 1 ਆ ਗਿਆ, tan ਇਨਵਰਸ y ਜਗ੍ਹਾ ਤੇ, ਠੀਕ ਹੈ। ਦੈਨ x ਜਗ੍ਹਾ ਤੇ 0 ਪੁੱਟ ਕੀਤਾ, ਇੱਥੇ 0 ਆ ਗਿਆ। ਇੱਥੇ x ਜਗ੍ਹਾ 0 ਪੁੱਟ ਕੀਤਾ, 0 ਬਾਏ ਇੱਥੇ 0 ਆ ਗਿਆ, ਪਲੱਸ ਸੀ ਤੇ tan ਇਨਵਰਸ 1 ਮਤਲਬ tan ਦੀ ਵੈਲਿਊ 1 ਕਿਹੜੇ ਐਂਗਲ ਦੀ ਹੁੰਦੀ ਹੈ, π/4 ਤੇ। ਉਹ ਤੁਹਾਡੇ ਕੋਲ c ਦੀ ਵੈਲਿਊ ਕੀ ਆ ਗਈ, π/4। ਇਹ c ਦੀ ਵੈਲਿਊ ਨੂੰ ਅਸੀਂ ਆਪਣੇ ਜਨਰਲ ਸੋਲੂਸ਼ਨ ਜਿਹੜਾ ਸਾਡੇ ਕੋਲ ਆਇਆ ਸੀ ਉਹ ਵਾਲੀ ਇਕੁਏਸ਼ਨ 'ਚ ਕਰ ਦੇਣਾ ਪੁੱਟ, ਤੇ ਉਹ ਸਾਡੇ ਕੋਲ ਆ ਗਿਆ ਜੀ ਦੀਜ਼ ਪਰਟੀਕੂਲਰ ਸੋਲੂਸ਼ਨ। ਕਿਉਂਕਿ ਪਰਟੀਕੂਲਰ ਸੋਲੂਸ਼ਨ ਵਿੱਚ ਕੀ ਆ, ਕੌਂਸਟੈਂਟ ਨਹੀਂ ਆਏਗਾ, ਠੀਕ ਹੈ। ਇਸ ਤਰੀਕੇ ਨਾਲ ਆਪਾਂ ਜਿਹੜਾ ਪਰਟੀਕੂਲਰ ਸੋਲੂਸ਼ਨ ਹੈ ਉਹ ਫਾਈਂਡ ਕਰਨਾ ਹੈ। ਤੇ ਵੈਸੇ ਜਨਰਲ ਸੋਲੂਸ਼ਨ ਤੱਕ ਮਤਲਬ ਸਾਰਾ ਸੇਮ ਹੀ ਚੱਲਣਾ ਆ। ਉਸ ਤੋਂ ਬਾਅਦ ਇੱਕ ਸਟੈਪ ਆ ਸਕੇ ਉਹ ਇਹੀ ਆ ਕਿ ਜੋ ਤੁਹਾਡਾ ਜਨਰਲ ਸੋਲੂਸ਼ਨ ਆਇਆ ਉਹਦੇ ਵਿੱਚ ਤੁਸੀਂ ਜੋ ਸਾਨੂੰ x ਤੇ y ਦੀ ਵੈਲਿਊ ਗਿਵਨ ਹੋਣਗੀਆਂ ਪੁੱਟ ਕਰਕੇ ਜਿਹੜਾ ਕੌਂਸਟੈਂਟ ਆ ਉਹਦੀ ਵੈਲਿਊ ਫਾਈਂਡ ਕਰ ਲੈਣੀ ਆ, ਠੀਕ ਹੈ ਜੀ। ਤੇ ਇੱਕ ਚੀਜ਼ ਦਾ ਬੇਟਾ ਇੱਥੇ ਧਿਆਨ ਰੱਖਣਾ ਉਹ ਇਹ ਹੈਗਾ, ਜਦੋਂ ਵੀ ਤੁਸੀਂ ਜਨਰਲ ਸੋਲੂਸ਼ਨ ਫਾਈਂਡ ਕਰਦੇ ਜੇ ਮੰਨ ਲਓ ਦੋਨੋਂ ਸਾਈਡ ਤੇ ਜਿਹੜੀ ਇੰਟੀਗ੍ਰੇਸ਼ਨ ਆ ਉਹ ਲੌਗ ਦੇ ਵਿੱਚ ਆ, ਸਪੋਜ਼ ਸਾਡੇ ਕੋਲ ਇੱਥੇ log y ਆ ਜਾਂਦਾ ਇਕੁਅਲ ਟੂ ਇੱਦਾਂ log ਸਾਡੇ ਕੋਲ x ਆ ਜਾਂਦਾ, ਤੇ ਨਾਲ ਜਿਹੜਾ ਕੌਂਸਟੈਂਟ ਆ ਨਾ ਉਹਨੂੰ ਵੀ log ਫਿਰ c ਲੈ ਕੇ ਚੱਲਣਾ ਜੀ। ਕਿਉਂਕਿ ਕਈ ਸਮ ਤੁਸੀਂ ਇੱਦਾਂ ਕਰੋਗੇ ਨਾ, ਜੇ ਇਕੱਲਾ c ਲੈ ਕੇ ਚੱਲੇ ਤੁਹਾਡਾ ਆਨਸਰ ਮੈਚ ਨਹੀਂ ਕਰਨਾ। ਜੇ x ਤੇ y ਜਿਹੜੇ ਸਾਡੇ ਵੇਰੀਏਬਲ ਸੈਪਰੇਟ ਕਰਨ ਤੇ ਨਾ ਦੋਨਾਂ ਦੀ ਇੰਟੀਗ੍ਰੇਸ਼ਨ log ਵਿੱਚ ਹੀ ਆਉਂਦੀ ਹੈ, ਦੈਨ ਤੁਸੀਂ ਕੌਂਸਟੈਂਟ ਵੀ log ਲੈ ਕੇ ਚੱਲੋਗੇ, ਦੈਨ ਤੁਹਾਡਾ ਆਨਸਰ ਜਿਹੜਾ ਆ ਉਹ ਐਗਜ਼ੈਕਟਲੀ ਮੈਚ ਕਰੇਗਾ, ਠੀਕ ਹੈ ਜੀ। ਲਾਸਟ ਐਗਜ਼ਾਮਪਲ ਦੇਖਦੇ ਜੀ ਪਰਟੀਕੂਲਰ ਸੋਲੂਸ਼ਨ ਵਾਲੀ, ਕਾਫੀ ਇੰਪੋਰਟੈਂਟ ਐਗਜ਼ਾਮਪਲ ਇਹ ਵੀ ਹੈਗੀ। ਸਾਡੇ ਕੋਲ ਜੀ log dy/dx ਇਕੁਅਲ ਟੂ ਆ 2x + 3y ਦੇ ਅਸੀਂ ਇਹਦਾ ਜੀ ਫਾਈਂਡ ਕਰਨਾ ਪਰਟੀਕੂਲਰ ਸੋਲੂਸ਼ਨ। ਸਭ ਤੋਂ ਪਹਿਲਾਂ ਤੇ log ਦੇ ਐਂਗਲ ਦੇ ਵਿੱਚ ਆ ਰਿਹਾ dy/dx, ਇਹਨੂੰ ਆਪਾਂ ਰਿਮੂਵ ਕਰਾਂਗੇ। ਉਹ ਕਿਵੇਂ, dy/dx ਇੱਧਰ ਰਹਿਣ ਤਾਂ log ਜਾ ਕੇ ਉੱਧਰ ਕੀ ਹੈ ਐਕਸਪੋਨੈਂਸ਼ੀਅਲ ਟਰਮ ਜਿਹੜੀ ਹੈ ਉਹ ਬਣ ਜਾਏਗਾ। ਉਸ ਤੋਂ ਬਾਅਦ ਹੁਣ ਵੇਰੀਏਬਲ ਸੈਪਰੇਟ ਕਰਨੇ, e⁻2x + y ਨੂੰ ਬ੍ਰੇਕ ਕਰਾਂਗੇ e⁻2x ਦੇ ਵਿੱਚ ਤੇ e⁻3y ਦੇ ਵਿੱਚ। ਦੈਨ e⁻3y ਨੂੰ ਉੱਧਰ ਜਾ ਕੇ ਡਿਵਾਈਡ ਕਰ ਦੇਵਾਂਗੇ dy ਦੇ ਨਾਲ, ਤੇ dx ਨੂੰ ਰਾਈਟ ਸਾਈਡ 'ਤੇ ਮਲਟੀਪਲਾਈ ਕਰ ਦੇਵਾਂਗੇ। ਆਹ ਸਾਡੇ ਕੋਲ ਟਰਮ ਬਣ ਗਈ ਜੀ। ਨੈਕਸਟ ਇਹਨੂੰ ਕੀਤਾ ਜੀ ਇੰਟੀਗ੍ਰੇਸ਼ਨ, ਬਹੁਤ ਸਿੰਪਲ ਇੰਟੀਗ੍ਰੇਸ਼ਨ ਐਕਸਪੋਨੈਂਸ਼ੀਅਲ ਦੀ, ਕਿ ਐਕਸਪੋਨੈਂਸ਼ੀਅਲ ਦੀ ਇੰਟੀਗ੍ਰੇਸ਼ਨ ਸੇਮ ਹੁੰਦੀ ਆ, ਐਸ ਟੀ ਰਹਿੰਦੀ ਆ, ਤੇ ਨਾਲ ਜਿਹੜਾ ਵੇਰੀਏਬਲ ਦਾ ਕੋਫੀਸ਼ੀਐਂਟ ਉਹਦੇ ਨਾਲ ਡਿਵਾਈਡ ਕਰੀਦਾ ਆ। ਨੈਕਸਟ ਦੀ ਫੇਰ ਪਰਟੀਕੂਲਰ ਸੋਲੂਸ਼ਨ ਫਾਈਂਡ ਕਰਨਾ ਸੀ। ਸਾਡੇ ਕੋਲ ਇੱਥੇ ਗਿਵਨ ਸੀ ਵੈਲਿਊ x ਵੀ 0 ਤੇ y ਵੀ 0, ਤੇ ਇਹ x y ਦੀ ਵੈਲਿਊ 0 ਆਪਾਂ ਇਸ ਜਨਰਲ ਸੋਲੂਸ਼ਨ ਦੇ ਵਿੱਚ ਪੁੱਟ ਕਰਕੇ ਸਾਡੇ ਕੋਲ c ਦੀ ਵੈਲਿਊ ਬੇਟਾ ਆ ਗਈ ਇੱਥੇ ਜੀ -5/6। ਉਸ c ਦੀ ਵੈਲਿਊ -5/6 ਨੂੰ ਆਪਾਂ ਪੁੱਟ ਕਰਨਾ ਆਪਣੀ ਇਕੁਏਸ਼ਨ 1 ਦੇ ਵਿੱਚ, ਜੋ ਸਾਡੀ ਕੀ ਹੈ ਜਨਰਲ ਸੋਲੂਸ਼ਨ ਵਾਲੀ। ਉਹ ਸਾਡੇ ਕੋਲ ਆ ਜਾਏਗਾ ਜੀ ਪਰਟੀਕੂਲਰ ਸੋਲੂਸ਼ਨ, ਠੀਕ ਹੈ ਬੇਟਾ। ਇਹ ਸੀ ਸਾਡੇ ਵੇਰੀਏਬਲ ਸੈਪਰੇਟ ਵਾਲੇ ਸਮ। ਐਕਚੁਅਲੀ ਕੁਝ ਛੋਟੀ ਜਿਹੀ ਪ੍ਰੋਬਲਮ ਕਰਕੇ ਮੈਂ ਤੁਹਾਨੂੰ ਇੱਥੇ ਨਾ ਸਕਰੀਨ ਦੇ ਉੱਪਰ ਹੀ ਪੂਰੇ ਸਮ ਜਿਹੜੇ ਸਮਝਾਏ ਆ, ਬਟ ਇਹਦਾ ਮੈਂ ਲੈਕਚਰ ਜਿਹੜਾ ਆ ਉਹ ਵਾਈਟ ਬੋਰਡ ਦੇ ਉੱਪਰ ਵੀ ਕੱਲ ਲੈਕਚਰ ਅੱਜ ਰਿਕਾਰਡ ਹੋ ਗਿਆ ਤੇ ਅੱਜ ਸ਼ਾਮ ਤੱਕ ਹੀ ਅਪਲੋਡ ਕਰ ਦੇਵਾਂਗਾ, ਨਹੀਂ ਤੇ ਮੈਂ ਕੱਲ ਤੁਹਾਨੂੰ ਲੈਕਚਰ ਜਿਹੜਾ ਆ ਇਹਦਾ ਰਿਕਾਰਡ ਕਰਕੇ ਸੈਂਡ ਕਰਾਂਗਾ। ਬਟ ਮੈਂ ਦੇਖ ਰਿਹਾ ਸੀ ਕਿ ਆਪਣੇ 3 ਐਕਸਰਸਾਈਜ਼ ਹੋ ਗਈਆਂ ਨੇ, 4th ਐਕਸਰਸਾਈਜ਼ ਆਪਾਂ ਸਟਾਰਟ ਕਰੀ ਕਿਉਂਕਿ ਈਜ਼ੀ ਟੌਪਿਕ ਸੀ। ਬਸ ਦੱਸਣਾ ਇਹਦੇ 'ਚ ਇਹੀ ਵਾਲਾ ਹੈ ਕਿ ਆਪਣਾ ਸੋਲੂਸ਼ਨ ਫਾਈਂਡ ਕਰਨਾ ਆਪਾਂ ਇੱਥੇ ਡਿਫਰੈਂਸ਼ੀਅਲ ਇਕੁਏਸ਼ਨ ਦਾ, ਬਟ ਕਰਨਾ ਕਿਵੇਂ ਉਹਨੂੰ ਵੇਰੀਏਬਲ ਨੂੰ ਸੈਪਰੇਟ ਕਰਕੇ, ਤੇ ਵੇਰੀਏਬਲ ਸੈਪਰੇਟ ਕਰਨ ਵਾਲਾ ਥੋੜ੍ਹਾ ਮਤਲਬ ਮੈਥਡ ਈਜ਼ੀ ਹੀ ਹੈਗਾ। ਹੋਮੋਜੀਨੀਅਸ ਵਾਲਾ ਮੈਥਡ ਥੋੜ੍ਹਾ ਮਤਲਬ ਡਿਫਰੈਂਟ ਆ,
तो उन्होंने तो आप इदा नहीं कर सकते बट जिन्नी तुहानूं एग्जाम्पल मैं समझाई जो चीज़ दसी हुई आ सेम इस तरीके नाल बेटा फॉलो करके तो अपने सम जिहड़े आ पहले एग्जाम्पल्स नूं सॉल्व करियो ताकि थोड़ा क्लीयर हो जाएगी साडा मैथड की हैगा किवें आपां इत्थे सॉल्व करना। ठीक है, तो सब तो पहला वेरीएबल बेटा सैपरेट करने हैं, उस तो बाद दोनों पासे इंटीग्रेशन अप्लाई करनी, फिर वाई वाले वेरीएबल्स नूं जिवें इंटीग्रेशन करना उवें तुहाडा मैथड लगदा होएगा कर देना, एक्स वाले नूं आपां साइड ते वखरा इंटीग्रेशन कर देनी अप्लाई उत्ते ते नाल लास्ट ते प्लस सी कॉन्सटेंट अप्लाई कर देना, वो साडा जनरल सोल्यूशन। उस तो बाद जे पर्टिकुलर क्या उन्होंने दैन जो एक्स ते वाई दी साडी वैल्यू गिवन होणगीਆਂ वो आपां अपने जनरल सोल्यूशन च करांगे सबस्टीट्यूट, तो उत्थों कॉन्सटेंट की वैल्यू फाइंड करके तो पुट करांगे, साडे को आ जाएगा जी वो पर्टिकुलर सोल्यूशन जिहड़ा बिना किसी कॉन्सटेंट तो आएगा। ठीक है बेटा जी, ये साडा मैथड वेरीएबल सैपरेट वाला जिहदे नाल आपां अपने सोल्यूशन जिहड़े आ फाइंड करें डिफरेंशियल इक्वेशन दे ते अपने एग्जाम्पल्स नूं ते सम्स नूं सॉल्व करियो ते वेट करियो। पहला तो इन्होंने इदा सॉल्व लैक्चर देख के सॉल्व करियो, बाकी मैं कल फिर लैक्चर अपलोड कर देवांगा इहदा वाइट बोर्ड के उपर पूरा सॉल्व करके भी समझ नूं आप तो उत्थों तुसीं देख लेना। ठीक है, तो अपनी एक्सरसाइज नूं स्टार्ट करियो। थैंक यू, हैव अ नाइस डे।